ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇਕ ਸਰਨਾ। ਮਿਲੈ ਦਾਨ ਸੰਤਰੇਨ ਜਿਹੇ ਲਗ ਭਵ ਜਲ ਤਰਨਾ। ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ। ਦੇਹੁ ਦਰਸ ਮਨ ਚਾਓ ਭਗਤ ਇਹੋ ਮਨ ਠਹਿਰਾਵੈ। ਬਲਿਓ ਚਰਾਗ ਅੰਧਿਆਰ ਮਹਿ ਸਭ ਕਲ ਉਦਰੀ ਇਕ ਨਾਮ ਧਰਮ। ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ। ਗਿਆਨ ਧਿਆਨ ਕਿਛ ਕਰਮ ਨ ਜਾਣਾ ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆ ਰੇ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਹਮ ਅਵਗੁਣ ਭਰੇ ਏਕ ਗੁਣ ਨਾ ਅੰਮ੍ਰਿਤ ਛਾੜ ਬਿਖੈ ਬਿਖ। ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ। ਇਕ ਉਤਮ ਪੰਥ ਸੁਨਿਓ ਗੁਰ ਸੰਗਤ ਤੇ ਮਿਲੰਤ ਜਮ ਤਰਾਸ। ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ। ਸੋ ਕਹੋ ਟਲ ਗੁਰ ਸੇਵੀਐ ਅਨਸ ਸਹਜ। ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ। ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰ ਸੋਂ ਚਟਿਐ। ਤੁਧ ਡਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕਟਿਐ। ਸਜਣ ਸੱਚਾ ਪਾਤਸ਼ਾਹ ਸਿਰ ਸਾਹਾਂਦਾ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਦੇਵ ਗੰਧਾਰੀ ਮਹੱਲਾ ਪੰਜਵਾ। ਮਾਏ ਪ੍ਰਭ ਕੇ ਚਰਨ ਨਿਹਾਰੋ ਕਰਹੁ ਅਨੁਗ੍ਰਹ ਸੁਆਮੀ ਮੇਰੇ। ਤੇ ਕਬਹੁ ਨਾ ਡਰੋ। ਪ੍ਰਭ ਕੇ ਚਰਨ ਨਿਹਾਰੋ ਕਰਹੁ ਅਨੁਗ੍ਰਹ ਸੁਆਮੀ ਮੇਰੇ। ਮਨ ਤੇ ਕਬਹੁ ਨਾ ਡਰੋ। ਰਹਾਉ ਸਾਧੂ ਤੂਰ ਲਾਈ ਮੁਖ ਮਸਤਕ। ਕਾਮ ਕ੍ਰੋਧ ਵਿਖ ਜਾਰੋ। ਸਭ ਤੇ ਨੀਚ ਆਤਮ ਕਰ ਮਾਨੋ। ਮਨ ਮਹਿ ਇਹੋ ਸੁਖ ਧਾਰੋ।
ਗੁਣ ਗਾਵਹਿ ਠਾਕੁਰ ਅਬਿਨਾਸੀ ਕਾਲ ਮਲ ਸਗਲੇ ਚਾਰੋ ਨਾਮ ਨਿਧਾਨ ਨਾਨਕ ਦਾਨ ਪਾਵੋ ਕੰਠ ਲਾਏ ਉਰ ਤਾਰੋ ਗੁਣ ਗਾਵਹਿ ਠਾਕੁਰ ਅਬਿਨਾਸੀ ਕਾਲ ਮਲ ਸਗਲੇ ਚਾਰੋ ਨਾਮ ਨਿਧਾਨ ਨਾਨਕ ਦਾਨ ਪਾਵੋ ਕੰਠ ਲਾਏ ਉਰ ਤਾਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਮਿਹਰਬਾਨ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਅੰਮ੍ਰਿਤ ਵੇਲੇ ਦੇ ਸਜੇ ਹੋਏ ਸੱਚਖੰਡ ਦੀਵਾਨਾਂ 'ਚ ਹਾਜ਼ਰੀਆਂ ਭਰ ਕੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਦਰਬਾਰ ਵਿੱਚ ਨਤਮਸਤਕ ਹੋ ਕੇ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾ ਕੇ ਗੁਰੂ ਦੀਆਂ ਖੁਸ਼ੀਆਂ ਦੇ ਪਾਤਰ ਬਣ ਰਹੇ। ਸਤ ਸੰਗਤ ਵਿੱਚ ਆ ਕੇ ਜਿਸ ਵਕਤ ਅਸੀਂ ਆਪਣਾ ਸਮਾਂ ਗੁਰੂ ਸੰਗਤ ਵਿੱਚ ਬਤੀਤ ਕਰਦੇ ਹਾਂ, ਕਥਾ ਸੁਣਦੇ ਹਾਂ, ਕੀਰਤਨ ਸੁਣਦੇ ਹਾਂ, ਗੁਰਬਾਣੀ ਸੁਣਦੇ ਹਾਂ, ਤਾਂ ਜਿਹੜਾ ਚਲਾਏਮਾਨ ਮਨ ਹੈ, ਚੰਚਲ ਮਨ ਹੈ, ਇਹ ਮਨ ਇਕਾਗਰ ਹੋਣਾ ਸ਼ੁਰੂ ਹੁੰਦਾ। ਪਾਤਸ਼ਾਹ ਦਾ ਮਹਾਵਾਕ ਹੈ, ਸਤ ਸੰਗਤ ਸਾਧ ਪਾਈ ਵਡ ਭਾਗੀ, ਮਨ ਚਲ ਤੋ ਭਇਓ ਰੂੜਾ। ਪਹਿਲੀ ਗੱਲ, ਸੰਗਤ ਮਿਲਦੀ ਕਿਹਨਾਂ ਨੂੰ ਹੈ? ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਵੱਡੇ ਭਾਗ ਹਨ। ਜਦੋਂ ਵੱਡਿਆਂ ਭਾਗਾਂ ਕਰਕੇ ਪੂਰਬਲੇ ਜਨਮਾਂ ਦੇ ਕੀਤੇ ਚੰਗੇ ਕਰਮਾਂ ਦਾ ਫਲ ਸਤਸੰਗਤ ਦੇ ਰੂਪ ਵਿੱਚ ਪ੍ਰਾਪਤ ਹੁੰਦਾ ਹੈ, ਤਾਂ ਫਿਰ ਚੰਚਲ ਮਨ ਆਪਣੇ ਨਿਜ ਸਰੂਪ ਵਿੱਚ ਜਾ ਕੇ ਜੁੜਨਾ ਸ਼ੁਰੂ ਹੋ ਜਾਂਦਾ। ਮਨ ਚਲ ਤੋ ਭਇਓ ਅਰੂੜਾ। ਇਕਾਗਰਤਾ ਵਾਸਤੇ ਸਭ ਤੋਂ ਵਧੀਆ ਤਰੀਕਾ ਹੈ ਸਤ ਸੰਗਤ ਵਿੱਚ ਆ ਕੇ ਜੁੜਨਾ। ਇੱਥੇ ਆ ਕੇ ਮਨ ਦੀ ਇਕਾਗਰਤਾ ਬਣਦੀ ਹੈ। ਇਸ ਕਰਕੇ ਗੁਰਸਿੱਖ ਨੂੰ ਆਪਣੇ ਜੀਵਨ ਵਿੱਚ, ਆਪਣੇ ਨਿਤਨੇਮ ਵਿੱਚ ਸ਼ਾਮਲ ਕਰਨਾ ਚਾਹੀਏ ਕਿ ਨਿਤਾ ਪ੍ਰਤੀ ਸੰਗਤ ਕਰੇ। ਤੋ ਸਤਿਗੁਰਾਂ ਦੀ ਦਇਆ ਮਾਇਆ ਸਦਕਾ ਆਪ ਜੀ ਅੰਮ੍ਰਿਤ ਵੇਲੇ ਤੋਂ ਗੁਰੂ ਚਰਨਾਂ 'ਚ ਹਾਜ਼ਰੀਆਂ ਭਰ ਕੇ ਸਤਿਗੁਰਾਂ ਦੀ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸਰਵਣ ਕਰ ਰਹੇ ਸੀ। ਸਤਿਗੁਰਾਂ ਦੇ ਪਾਵਨ ਸ਼ਬਦ ਦੀ ਕਥਾ ਸਰਵਣ ਕਰਨ ਲਈ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਵਿੱਚ ਇਸ ਵਕਤ ਆਪ ਜੀ ਤਤਪਰ ਹੋ ਕੇ ਸਾਵਧਾਨ ਹੋ ਕੇ ਜੁੜ ਬੈਠੇ ਹੋ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਨੂੰ ਗੁਰੂ ਪਾਤਸ਼ਾਹ ਦੇ ਪਵਿੱਤਰ ਚਰਨਾਂ ਨਾਲ ਜੋੜੀਏ, ਇਕਾਗਰਤਾ ਬਣਾਈਏ,
ਸਤਿਗੁਰਾਂ ਦੇ ਚਰਨਾਂ 'ਚ ਆਪਣੀ ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਿਨਾਮ। ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਵ ਗੰਧਾਰੀ ਮਹਲਾ ਪੰਜਵਾ। ਮਾਈ ਪ੍ਰਭ ਕੇ ਚਰਨ ਨਿਹਾਰੋ। ਰਾਗ ਦੇਵ ਗੰਧਾਰੀ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਇਹ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰਕੇ ਸਾਨੂੰ ਉਪਦੇਸ਼ ਦੇ ਰਹੇ ਨੇ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 531 ਅੰਗ ਤੇ ਸ਼ਬਦ ਪ੍ਰਾਰੰਭ ਹੋ ਰਿਹਾ ਹੈ। ਮਾਈ ਸ਼ਬਦ ਜਿਹੜਾ ਹੈ ਮਾਇਆਪਤੀ ਪ੍ਰਮਾਤਮਾ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ। ਮਾਈ ਮਾਇਆਪਤੀ। ਮਾਇਆਪਤੀ ਕੌਣ ਹੈ? ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਸਾਰਾ ਸੰਸਾਰ ਇਹ ਨਿਰੰਕਾਰ ਪਰਮੇਸ਼ਰ ਦੀ ਮਾਇਆ ਹੈ। ਮੇਰਾ ਇਹ ਬੋਲਣਾ ਵੀ ਮਾਇਆ, ਤੁਹਾਡਾ ਸੁਣਨਾ ਵੀ ਮਾਇਆ ਹੈ। ਸਾਡਾ ਇਹ ਸਰੀਰ ਵੀ ਮਾਇਆ ਦਾ ਇੱਕ ਹਿੱਸਾ ਹੈ। ਜਿੱਥੇ ਵੀ ਅਸੀਂ ਵਿਚਰ ਰਹੇ ਹਾਂ ਪੂਰਾ ਸੰਸਾਰ ਅਕਾਲ ਪੁਰਖ ਪਰਮੇਸ਼ਰ ਦੀ ਮਾਇਆ। ਪੂਰੇ ਅਨੇਕ ਪ੍ਰਕਾਰ ਨਾਲ ਪਸਰੀ ਹੋਈ ਹੈ। ਅਨੇਕਾਂ ਰੂਪ ਅਨੇਕਾਂ ਵਰਤਾਰਿਆਂ ਵਿੱਚ ਇਸੇ ਦਾ ਹੀ ਵਰਤਾਰਾ ਵਰਤ ਰਿਹਾ। ਇਹ ਜਿਤਨੀ ਵੀ ਮਾਇਆ ਹੈ ਇਸ ਮਾਇਆ ਨੂੰ ਆਪਣੇ ਚੇਤਨ ਆਭਾਸ ਸਹਿਤ ਕਿਰਿਆਮਾਨ ਕਰਨ ਵਾਲਾ ਜੋ ਹੈ ਉਹ ਅਕਾਲ ਪੁਰਖ ਪਰਮੇਸ਼ਰ ਹੈ। ਪਰਮਾਤਮਾ ਤੋਂ ਬਿਨਾਂ ਇਹ ਮਾਇਆ ਜੜ ਹੈ। ਜੇ ਨਿਰੰਕਾਰ ਦੀ ਚੇਤਨਤਾ ਇਸ ਜੜ ਮਾਇਆ ਵਿੱਚ ਨਾ ਪਵੇ ਤਾਂ ਇਹ ਮਾਇਆ ਕਿਰਿਆਮਾਨ ਨਹੀਂ ਹੋ ਸਕਦੀ, ਚੇਸ਼ਟਾ ਨਹੀਂ ਕਰ ਸਕਦੀ। ਤਦੇ ਮਹਾਰਾਜ ਭਗਤ ਨਾਮਦੇਵ ਜੀ ਫਰਮਾਨ ਕਰਦੇ ਨੇ, ਅਸਗਾਸ ਉਸਗਾ। ਇਸ ਮਾਇਆ ਵਿੱਚ ਉਸ ਪਰਮਾਤਮਾ ਦਾ ਅਕਸ਼ ਹੈ। ਜੋ ਇਸ ਮਾਇਆ ਦਾ ਸੁਆਮੀ ਹੈ, ਜੋ ਇਸ ਮਾਇਆ ਦਾ ਮਾਲਕ ਹੈ, ਉਹਨੂੰ ਇੱਥੇ ਸਤਿਗੁਰਾਂ ਨੇ ਕਿਹਾ ਮਾਈ। ਇਹ ਮਾਇਆ ਦੇ ਮਾਲਕ, ਮਾਇਆ ਦੇ ਸੁਆਮੀ, ਮਾਇਆਪਤੀ, ਮੈਂ ਤੁਹਾਡੇ ਚਰਨਾਂ ਨੂੰ ਨਿਹਾਰੋਂ ਵੇਖਦਾ। ਮੇਰੀ ਨਿਗਾਹ ਤੁਹਾਡੇ ਚਰਨਾਂ ਤੇ ਟਿਕੀ ਹੋਈ ਹੈ। ਮਹਾਰਾਜ ਸਾਡੀ ਨਿਗਾਹ ਆਪ ਜੀ ਦੇ ਚਰਨਾਂ ਤੇ ਟਿਕੀ ਹੋਈ ਹੈ। ਮੇਰੇ ਤੇ ਕਿਰਪਾ ਕਰੋ, ਤਰਸ ਕਰੋ ਕਿ ਮੈਂ ਤੁਹਾਡੇ ਚਰਨਾਂ ਵੱਲ ਹੀ ਵੇਖਦਾ ਰਹਾ। ਇਹ ਰੱਬ ਜੀ, ਪ੍ਰਭੂ ਜੀ, ਮੇਰੀ ਨਿਗਾਹ ਤੁਹਾਡੇ ਚਰਨਾਂ ਤੇ ਹੈ, ਮੈਂ ਵੇਖਦਾ ਹਾਂ ਉੱਥੇ, ਤੇ ਤਰਸ ਇਹ ਕਰੋ ਕਿ ਉੱਥੇ ਹੀ ਵੇਖਦਾ ਰਹਾ, ਤੁਹਾਡੇ ਚਰਨਾਂ ਵੱਲ ਹੀ ਧਿਆਨ ਰਹੇ। ਚਿਤ ਚਰਨ ਕਮਲ ਸੰਗ ਜੋਰੀਐ। ਮੇਰਾ ਇਹ ਚਿਤ, ਮੇਰੀਆਂ ਇਹ ਵਿਰਤੀਆਂ, ਮੇਰਾ ਇਹ ਮਨੋਵੇਗ ਮਹਾਰਾਜ ਜੀ ਤੁਹਾਡੇ ਚਰਨਾਂ ਵਾਲੇ ਪਾਸੇ ਵਹਿੰਦਾ ਰਹੇ। ਗੁਰਸਿੱਖਾਂ ਦੇ ਹਿਰਦਿਆਂ 'ਚ ਸੰਸਾਰ ਦਾ ਕੋਈ ਵੀ ਉਹ ਕਾਰ ਵਿਹਾਰ ਤੇ ਹੋਣ, ਆਪਣੇ ਗੁਰੂ ਪਾਤਸ਼ਾਹ ਦਾ ਧਿਆਨ ਉਹਨਾਂ ਦੇ ਹਿਰਦਿਆਂ ਵਿੱਚ ਹਮੇਸ਼ਾ ਬਣਿਆ ਰਹਿੰਦਾ। ਸਤਿਗੁਰਾਂ ਦੇ ਚਰਨਾਂ ਦਾ ਆਸਰਾ ਗੁਰਸਿੱਖ ਦੇ ਹਿਰਦੇ 'ਚ ਹਮੇਸ਼ਾ ਬਣਿਆ ਰਹਿੰਦਾ। ਸੰਸਾਰ ਦੀ ਕਿਸੇ ਵੀ ਕਿਰਤ ਦੇ ਵਿੱਚ ਸਿੱਖ ਵਿਅਸਤ ਹੋਵੇ, ਕਿਸੇ ਵੀ ਕੰਮ ਦੇ ਵਿੱਚ ਵਿਅਸਤ ਹੋਵੇ, ਪਰ ਉਹਦਾ ਚਿੱਤ ਆਪਣੇ ਗੁਰੂ ਦੇ ਚਰਨਾਂ ਨਾਲ ਜੁੜਿਆ ਹੈ। ਔਰ ਉਹ ਮੰਗ ਵੀ ਇਹੀ ਰੱਖਦਾ ਆਪਣੇ ਸਾਹਿਬ ਕੋਲੋਂ, ਮਹਾਰਾਜ ਕਿਰਪਾ ਕਰੋ
ਆਪ ਜੀ ਦੇ ਚਰਨ ਕਮਲ ਮੇਰੇ ਹਿਰਦੇ 'ਚ ਵਸਦੇ ਰਹਿਣ। ਮੇਰਾ ਧਿਆਨ, ਮੇਰੀ ਸੁਰਤ ਹਮੇਸ਼ਾ ਆਪ ਜੀ ਦੇ ਚਰਨ ਕਮਲਾਂ ਦੇ ਨਾਲ ਜੁੜੀ ਰਹੇ। ਇਹੀ ਮੰਗ ਗੁਰਸਿੱਖ ਆਪਣੇ ਹਿਰਦੇ 'ਚ ਕਰਦੇ ਨੇ। ਇੱਥੇ ਵੀ ਕਹਿ ਰਹੇ ਨੇ, ਹੇ ਮਾਇਆਪਤੀ ਪ੍ਰਭੂ, ਤੁਹਾਡੇ ਚਰਨਾਂ ਵਿੱਚ ਮੈਂ ਆਪਣਾ ਧਿਆਨ ਕੇਂਦਰਿਤ ਕਰਕੇ ਤੁਹਾਡੇ ਚਰਨਾਂ ਨੂੰ ਹੀ ਵੇਖ ਰਿਹਾ। ਤਰਸ ਕਰੋ ਕਿ ਤੁਹਾਡੇ ਚਰਨਾਂ ਵਾਲੀ ਵੇਖਦਾ ਰਹਾ। ਕਰੋ ਅਨਗ੍ਰਹੋ ਸੁਆਮੀ ਮੇਰੇ, ਮਨ ਤੇ ਕਬਹੁ ਨਾ ਡਾਰੋ। ਹੇ ਮੇਰੇ ਸੁਆਮੀ ਜੀ, ਮੇਰੇ ਤੇ ਅਨਗ੍ਰਹ ਕਰੋ, ਮੇਰੇ ਤੇ ਤਰਸ ਕਰੋ, ਮੇਰੇ ਤੇ ਰਹਿਮਤ ਕਰੋ, ਮੇਰੇ ਤੇ ਬਖਸ਼ਿਸ਼ ਕਰੋ ਕਿ ਮੈਂ ਆਪਣੇ ਮਨ ਤੋਂ ਕਦੇ ਵੀ ਤੁਹਾਨੂੰ ਆਪਣੇ ਹਿਰਦੇ ਚੋਂ ਨਾ ਵਿਸਾਰਾਂ। ਇਹ ਅਨਗ੍ਰਹ ਕਰੋ, ਮੇਰੇ ਤੇ ਤਰਸ ਕਰੋ ਮਹਾਰਾਜ, ਅਨਗ੍ਰਹ ਕਿਰਪਾ ਕਰੋ ਮਹਾਰਾਜ ਕਿ ਮੈਂ ਆਪਣੇ ਮਨ ਤੋਂ ਤੁਹਾਨੂੰ ਕਦੇ ਵੀ ਦੂਰ ਨਾ ਕਰਾਂ। ਮਨ ਤੇ ਕਬਹੂ ਨਾ ਡਾਰੋ, ਆਪਣੇ ਮਨ ਵਿੱਚੋਂ ਕਦੇ ਵੀ ਤੁਹਾਡਾ ਤਿਆਗ ਨਾ ਕਰਾਂ। ਰਹਾਉ ਸਾਧੂ ਧੂਰ ਲਾਈ ਮੁਖ ਮਸਤਕ, ਕਾਮ ਕ੍ਰੋਧ ਬਿਖ ਜਾਰੋ। ਸਾਧੂ ਜਨਾਂ ਦੇ ਚਰਨਾਂ ਦੀ ਧੂੜ ਆਪਣੇ ਮਸਤਕ ਤੇ ਲਾਵਾਂ ਔਰ ਆਪਣੇ ਹਿਰਦੇ ਦੇ ਜਿਤਨੇ ਵਿਕਾਰ ਨੇ, ਚਾਹੇ ਉਹ ਕਾਮ ਹੈ, ਕ੍ਰੋਧ ਹੈ, ਕਾਮ ਕ੍ਰੋਧ ਆਦਿਕ ਇਸ ਜ਼ਹਿਰ ਨੂੰ ਮੈਂ ਸਾੜ ਕੇ ਸੁਆਹ ਕਰ ਦਿਆਂ। ਇਹ ਜ਼ਹਿਰ ਹੈ, ਜਿੰਨੇ ਵੀ ਵਿਕਾਰ ਨੇ ਉਹ ਜ਼ਹਿਰ ਵਾਂਗੂ ਨੇ। ਇੱਕ ਵਿਦਵਾਨ ਤਾਂ ਇੱਥੋਂ ਤੱਕ ਕਹਿੰਦਾ ਹੈ ਕਿ ਮੈਂ ਕਹਿਣਾ ਵੀ ਇਹ ਜ਼ਹਿਰ ਤੋਂ ਵੀ ਮਾੜੇ ਨੇ। ਪੁੱਛਿਆ ਵੀ ਜ਼ਹਿਰ ਤੋਂ ਵੀ ਜ਼ਿਆਦਾ ਮਾੜੇ ਕਿਵੇਂ ਨੇ? ਉਹ ਕਹਿੰਦੇ ਜ਼ਹਿਰ ਜਿਸ ਭਾਂਡੇ 'ਚ ਪਾ ਕੇ ਰੱਖੀਏ, ਘਟੋ ਘੱਟ ਉਸ ਭਾਂਡੇ ਦਾ ਨੁਕਸਾਨ ਨਹੀਂ ਕਰਦਾ। ਜ਼ਹਿਰ ਜਿਹੜਾ ਉਹ ਕਿਸੇ ਭਾਂਡੇ 'ਚ ਪਾ ਕੇ ਰੱਖੋ ਤਾਂ ਉਸ ਭਾਂਡੇ ਨੂੰ ਖਤਮ ਨਹੀਂ ਕਰਦਾ, ਉਸ ਭਾਂਡੇ ਦਾ ਨੁਕਸਾਨ ਨਹੀਂ ਕਰਦਾ, ਜਿਹੜਾ ਉਸ ਨੂੰ ਪੀਵੇਗਾ ਉਹਦਾ ਨੁਕਸਾਨ ਕਰਦਾ। ਭਾਂਡਾ ਤਾਂ ਠੀਕ ਹੈ, ਉਹਨੂੰ ਧੋਵੋਗੇ ਸ਼ੁੱਧ ਹੋ ਜਾਏਗਾ, ਪਰ ਇਹ ਜਿਹੜੇ ਕਾਮ ਕ੍ਰੋਧ ਆਦਿਕ ਵਿਕਾਰ ਨੇ, ਇਹ ਜ਼ਹਿਰ ਨਾਲੋਂ ਵੀ ਖਤਰਨਾਕ ਨੇ, ਕਿਉਂਕਿ ਜਿਸ ਭਾਂਡੇ 'ਚ ਰੱਖੇ ਜਾਂਦੇ ਨੇ ਉਸ ਭਾਂਡੇ ਦਾ ਵੀ ਨਾਸ਼ ਕਰ ਦਿੰਦੇ ਨੇ। ਇਹਦੀ ਚਿਤਵਨੀ ਕਰ ਲਈਏ, ਕਾਮ ਕ੍ਰੋਧ ਕਾਇਆ ਕੋ ਗਾਲੈ, ਜਿਉ ਕੰਚਨ ਸੁਹਾਗਾ ਟਾਲੈ। ਇਹਨਾਂ ਵਿਕਾਰਾਂ ਵਿੱਚ ਲੱਗ ਕੇ, ਵਿਕਾਰਾਂ ਵਿੱਚ ਗਰਸੇ ਜਾਣ ਤੋਂ ਬਾਅਦ ਜੋ ਦੁਖਦਾਈ ਤਾਂ ਹੈ ਨਹੀਂ, ਜਦੋਂ ਮਨ 'ਚ ਇਹਨਾਂ ਦੀ ਚਿਤਵਨੀ ਆ ਗਈ ਕਾਮ ਦੀ, ਕ੍ਰੋਧ ਦੀ, ਉਸੇ ਵੇਲੇ ਹੀ ਸਾੜਨਾ ਸ਼ੁਰੂ ਕਰ ਦਿੰਦੇ ਆ। ਉਸੇ ਵਕਤ ਇਹ ਆਪਣੇ ਨਿਜ ਆਸ਼ਰੇ ਨੂੰ ਵੀ ਖਤਮ ਕਰ ਦਿੰਦੇ ਨੇ ਜਿਹਦੇ ਵਿੱਚ ਇਹ ਰਹਿੰਦੇ ਨੇ। ਪਾਤਸ਼ਾਹ ਕਹਿੰਦੇ, ਸਾਧੂਆਂ ਦੇ ਚਰਨਾਂ ਦੀ ਧੂੜ ਜਦੋਂ ਮੈਂ ਆਪਣੇ ਮੁਖ ਤੇ ਮਸਤਕ ਤੇ ਲਾਉਂਦਾ ਹਾਂ, ਜਾਂ ਇਸ ਤਰ੍ਹਾਂ ਕਹਿ ਲਈਏ ਜਿਹੜੇ ਮੁਖੀ ਸਾਧੂ ਜਨ ਨੇ, ਸ਼੍ਰੋਮਣੀ ਸਾਧੂ ਜਨ ਨੇ, ਉਹਨਾਂ ਦੇ ਚਰਨਾਂ ਦੀ ਧੂੜ ਜਦੋਂ ਮੈਂ ਆਪਣੇ ਮਸਤਕ ਤੇ ਲਾਉਂਦਾ ਹਾਂ ਤਾਂ ਕਾਮ ਕ੍ਰੋਧ ਆਦਿਕ ਜੋ ਜ਼ਹਿਰ ਦੇ ਮਨਿੰਦ ਨੇ, ਮੈਂ ਉਹਨਾਂ ਨੂੰ ਜਾਰੋਂ ਸਾੜਦਾ ਹਾਂ। ਸਭ ਤੇ ਨੀਚ ਆਤਮ ਕਰ ਮਾਨੋ, ਮਨ ਮਹਿ ਇਹੋ ਸੁਖ ਧਾਰੋ। ਮੈਂ ਸਭ ਤੋਂ ਆਪਣੇ ਆਪ ਨੂੰ ਨੀਚ ਕਰਕੇ ਮੰਨਦਾ ਹਾਂ। ਨੀਚ ਕਰਕੇ ਦਾ ਮਤਲਬ ਨੀਵਾਂ ਮੰਨਦਾ, ਨਿਮਰਤਾ ਸਾਹਿਬ, ਕਿ ਮੇਰੇ ਤੋਂ ਸਾਰੇ ਉੱਤਮ ਨੇ, ਸਾਰੇ ਸ੍ਰੇਸ਼ਟ ਨੇ, ਸਾਰੇ ਭਲੇ ਨੇ। ਮੇਰੀ ਛੁਪੀ ਰਹੇ ਗੁਲਜ਼ਾਰ, ਮੈਂ ਨੀਵਾਂ ਉੱਗਿਆ।
ਨਿਮਰਤਾ। ਮੈਂ ਸਭ ਤੋਂ ਆਪਣੇ ਆਪ ਨੂੰ ਨੀਵਾਂ ਸਮਝਦਾ। ਨੀਵਾਂ ਸਮਝਣ ਦਾ ਮਤਲਬ ਇਹ ਗਿਲਾਨੀ ਵਾਲਾ ਨੀਵਾਂ ਨਹੀਂ ਹੈ। ਨੀਵਾਂ ਇਹ ਪ੍ਰੇਮ ਭਾਵ ਦੇ ਵਿੱਚ ਜੋ ਅਸੀਂ ਆਪਣੇ ਤੋਂ ਵੱਡਿਆਂ ਦਾ ਸਤਿਕਾਰ ਕਰਦੇ ਹਾਂ, ਆਪਣੇ ਆਪ ਨੂੰ ਉਹਨਾਂ ਅੱਗੇ ਬਾਲਕ ਰੂਪ ਹੋ ਕਰਕੇ ਪ੍ਰਤੀਤ ਰੱਖਦੇ ਹਾਂ ਨਾ ਬਿਰਤੀ, ਉਹਦੇ ਨਾਲ ਅਸੀਂ ਨੀਚ ਨਹੀਂ ਹੋ ਜਾਂਦੇ। ਜਦੋਂ ਅਸੀਂ ਗੁਰਸਿੱਖਾਂ ਦੀ ਸੰਗਤ ਵਿੱਚ ਵਰਤਦੇ ਹਾਂ, ਉਹਨਾਂ ਦਾ ਅਦਬ ਤੇ ਸਤਿਕਾਰ ਕਰਦੇ ਹਾਂ, ਆਪਣੇ ਆਪ ਨੂੰ ਉਹਨਾਂ ਵਿੱਚ ਇੱਕ ਨੀਚ ਭਾਵ ਅਦਨਾ ਜਾਂ ਸੇਵਕ ਜਾਣ ਕਰਕੇ ਵਰਤਦੇ ਹਾਂ, ਤੇ ਉਹਦਾ ਇੱਕ ਰਸ ਹੈ, ਉਹਦਾ ਵੀ ਇੱਕ ਆਨੰਦ ਹੈ। ਮੈਂ ਆਪਣੇ ਆਪ ਨੂੰ ਸਭ ਤੋਂ ਨੀਚ ਕਰਕੇ ਮੰਨਦਾ ਹਾਂ। ਸਭ ਤੇ ਨੀਚ ਆਤਮ ਕਰ ਮੰਨੋ। ਜਾਂ ਦੂਜੇ ਪਾਸੇ ਏਦਾਂ ਵੀ ਵਿਚਾਰ ਕਰੀਏ, ਜਦੋਂ ਮੈਂ ਆਪਣੇ ਅੰਦਰ ਝਾਤੀ ਮਾਰਦਾ ਹਾਂ, ਆਪਣੇ ਹਿਰਦੇ ਵਿੱਚ ਅਨੇਕ ਪ੍ਰਕਾਰ ਦੇ ਪਾਪ ਵੇਖਦਾ, ਅਨੇਕ ਪ੍ਰਕਾਰ ਦੇ ਮਾੜੇ ਫੁਰਨੇ ਵੇਖਦਾ, ਅਨੇਕਾਂ ਪ੍ਰਕਾਰ ਦੇ ਮਾੜੇ ਸੰਕਲਪ ਵੇਖਦਾ, ਨੀਚ ਬਿਰਤੀਆਂ ਵੇਖਦਾ, ਤਾਂ ਮੈਂ ਜਾਣਦਾ ਹਾਂ ਕਿ ਮੈਂ ਸਭ ਤੋਂ ਨੀਚ ਹਾਂ। ਜਦੋਂ ਆਪਨੜੇ ਗਿਰਵਾਨ ਦੀ ਖੇਡ ਵਰਤਦੀ ਹੈ ਨਾ ਵੇਖਣ ਦੀ, ਉਸ ਵਕਤ ਫਿਰ ਕੋਈ ਦੂਜਾ ਪਾਪੀ ਨਹੀਂ ਦਿਸਦਾ, ਕੋਈ ਦੂਜਾ ਅਧਰਮੀ ਨਹੀਂ ਦਿਸਦਾ। ਫਿਰ ਉਦੋਂ ਦਿਸਦਾ ਹੈ ਕਿ ਮੇਰੇ ਤੋਂ ਬੁਰਾ ਕੌਣ ਹੈ। ਜਦੋਂ ਅਸੀਂ ਆਪਣੇ ਆਪ ਤੋਂ ਨਿਗਾਹ ਉਠਾ ਕੇ ਦੂਜੇ ਵੱਲ ਵੇਖਦੇ ਹਾਂ, ਆਪਣੇ ਆਪ ਵੱਲ ਝਾਤੀ ਨਹੀਂ ਮਾਰਦੇ, ਤਾਂ ਉਸ ਵਕਤ ਸਾਨੂੰ ਸੰਸਾਰ ਵਿੱਚ ਬਹੁਤ ਕੁਝ ਦਿਸਦਾ। ਪਰ ਜਦੋਂ ਸਵੈ ਅਧਿਆਇ ਕਰਦੇ ਹਾਂ, ਸਵੈ ਚਿੰਤਨ ਕਰਦੇ ਹਾਂ, ਤਾਂ ਉਸ ਸਵੈ ਅਧਿਆਇ ਦੇ ਵਿੱਚ ਆਪਣੇ ਅੰਦਰ ਦੀਆਂ ਖਾਮੀਆਂ ਦਿਸਦੀਆਂ ਨੇ। ਅਸੀਂ ਬਾਹਰੋਂ ਭਾਵੇਂ ਜਿਤਨੇ ਮਰਜ਼ੀ ਧਰਮੀ ਹੋਣ ਦਾ ਦਾਵਾ ਕਰੀਏ, ਮਾਫ ਕਰਨਾ ਮੈਂ ਆਪਣੇ ਸਮੇਤ ਗੱਲ ਕਰਦਾ ਹਾਂ, ਅੰਦਰ ਜਦੋਂ ਆਪਣੇ ਅੰਤਸ਼ਕਰਣ ਵਿੱਚ ਵੇਖਦੇ ਹਾਂ ਵੀ ਕਿਤਨੇ ਕਿਤਨੇ ਮਾੜੇ ਤੋਂ ਮਾੜੇ ਫੁਰਨੇ, ਮਾੜੇ ਤੋਂ ਮਾੜੇ ਸੰਕਲਪ, ਮਾੜੇ ਤੋਂ ਮਾੜੇ ਖਿਆਲਾਤ ਸਾਡੇ ਅੰਦਰ ਉਤਪਨ ਹੁੰਦੇ ਨੇ, ਕਦੇ ਉਹਨਾਂ ਵੱਲ ਵੀ ਵੇਖਣਾ ਚਾਹੀਦਾ। ਜਦੋਂ ਦਿਸਣ ਲੱਗ ਪੈਣ ਫਿਰ ਪਤਾ ਲੱਗੇਗਾ ਸਭ ਤੇ ਨੀਚ ਆਤਮ ਕਰ ਮੰਨੋ ਕਿ ਮੈਂ ਤਾਂ ਸਭ ਤੋਂ ਨੀਚ ਹਾਂ। ਹਮ ਤਜ ਭਲੋ ਸਭ ਕੋਏ, ਮਨ ਮੈਂ ਇਹੋ ਸੁਖ ਧਾਰੋ। ਹੇ ਪ੍ਰਭੂ, ਇਹ ਬੜਾ ਵੱਡਾ ਸੁੱਖ ਹੈ, ਮੈਂ ਆਪਣੇ ਮਨ ਵਿੱਚ ਇਸ ਸੁੱਖ ਨੂੰ ਧਾਰਨ ਕਰਦਾ। ਮੈਂ ਆਪਣੇ ਮਨ ਵਿੱਚ ਇਸ ਸੁੱਖ ਨੂੰ ਧਾਰਾਂ, ਵਸਾਵਾਂ। ਜਦੋਂ ਕੋਈ ਦੂਜਾ ਪਾਪੀ ਦਿਸਣਾ ਹੀ ਨਹੀਂ, ਫਿਰ ਕ੍ਰਿਜਣਾ ਖਤਮ ਹੋ ਜਾਏਗਾ, ਦਵੈਸ਼ ਖਤਮ ਹੋ ਜਾਏਗੀ, ਈਰਖਾ ਖਤਮ ਹੋ ਜਾਏਗੀ। ਇਹ ਸੁੱਖ ਹੈ ਬੜਾ ਵੱਡਾ, ਇਸ ਸੁੱਖ ਨੂੰ ਮੈਂ ਆਪਣੇ ਹਿਰਦੇ 'ਚ ਧਾਰਦਾ ਹਾਂ। ਗੁਣ ਗਾਵਹਿ ਠਾਕੁਰ ਅਬਿਨਾਸੀ, ਕਲਮਲ ਸਗਲੇ ਚਾਰੋ। ਆਪਣੇ ਅਬਿਨਾਸੀ ਵਾਹਿਗੁਰੂ ਪਰਮੇਸ਼ਰ ਦੇ ਗੁਣ ਗਾ ਕੇ ਮੈਂ ਆਪਣੇ ਅੰਦਰ ਦੇ ਜਿਤਨੇ ਕਲਮਲ ਹਨ, ਜਿਤਨੇ ਪਾਪ ਹਨ, ਉਹਨਾਂ ਸਾਰੇ ਪਾਪਾਂ ਨੂੰ ਝਾੜੋ, ਖਤਮ ਕਰ ਦਿਆਂ, ਮੁਕਾ ਦਿਆਂ ਵਾਹਿਗੁਰੂ ਦੇ ਗੁਣ ਗਾਇਨ ਕਰਕੇ। ਨਾਮ ਨਿਦਾਨ ਨਾਨਕ ਦਾਨ ਪਾਵੋ, ਕੰਠ ਲਾਏ ਉਰ ਧਾਰੋ। ਨਾਮ ਦਾ ਇਹ ਵੱਡਾ ਖਜ਼ਾਨਾ, हे ਪ੍ਰਭੂ, ਮੈਨੂੰ ਇਹ ਤੁਹਾਡੇ ਚਰਨਾਂ ਚੋਂ ਦਾਨ ਵਜੋਂ ਪ੍ਰਾਪਤ ਹੋਵੇ, ਔਰ ਆਪ ਜੀ ਦਾ ਇਹ ਨਾਮ ਦਾ ਖਜ਼ਾਨਾ ਮੈਂ ਆਪਣੇ ਗਲ ਨਾਲ ਲਾ ਕੇ ਰੱਖਾਂ। ਕੰਠ ਲਾਏ ਔਰ ਧਾਰੋ, ਇਹਨੂੰ ਆਪਣੇ ਗਲ ਨਾਲ, ਆਪਣੀ ਛਾਤੀ ਨਾਲ ਲਾ ਕੇ ਰੱਖਾਂ। ਇਹ ਖਜ਼ਾਨਾ ਕੀਮਤੀ ਚੀਜ਼ ਹੋਵੇ, ਅਸੀਂ ਉਹਨੂੰ ਕੰਠ ਨਾਲ ਲਾ ਕੇ ਰੱਖਦੇ ਹਾਂ।
ਇਹ ਆਪ ਜੀ ਦੇ ਨਾਮ ਦਾ ਅੰਮ੍ਰਿਤ ਖਜ਼ਾਨਾ ਮਹਾਰਾਜ ਮੈਂ ਤੁਹਾਡੇ ਕੋਲੋਂ ਮੰਗਦਾ ਔਰ ਆਪਣੇ ਗਲ ਨਾਲ ਲਾ ਕੇ ਰੱਖਦਾ। ਨਾਮ ਕੰਠ ਨਾਲ ਕਿਵੇਂ ਲਾ ਕੇ ਰੱਖਿਆ ਜਾਂਦਾ? ਜਦੋਂ ਇਸ ਕੰਠ ਵਿੱਚੋਂ ਵਾਹਿਗੁਰੂ 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 ਦੀ ਧੁਨ ਉਪਜਦੀ ਹੈ ਨਾ, ਤਾਂ ਇਹ ਨਾਮ ਦਾ ਹਾਰ ਹੈ ਜਿਹੜਾ ਤੁਹਾਡੇ ਗਲ ਵਿੱਚ ਪੈ ਜਾਂਦਾ। ਇਹ ਰਾਮ ਨਾਮ ਗਲ ਹਾਰ ਹੈ। ਇਹ ਹਾਰ ਗਲ ਚ ਕਦੋਂ ਪੈਂਦਾ ਰਾਮ ਨਾਮ ਦਾ? ਜਦੋਂ ਇਸ ਨੂੰ ਕੰਠ ਦੁਆਰਾ ਜਪਿਆ ਜਾਂਦਾ। ਇਹ ਖਜ਼ਾਨੇ ਨੂੰ ਮੈਂ ਆਪਣੇ ਕੰਠ ਨਾਲ ਲਾ ਕੇ ਰੱਖਦਾ।